ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਨਵਜੋਤ ਕੌਰ ਹੈ ਤੇ ਮੈਂ ਪਿਛਲੇ 7-8 ਸਾਲਾਂ ਤੋਂ ਟੀਚ ਕਰ ਰਹੀ ਹਾਂ। ਅੱਜ ਆਪਾਂ ਪੀਟੀ ਦੀਆਂ ਰੀਡਿੰਗ ਬਲੈਂਕਸ ਕਰਾਂਗੇ ਜਿਹਦੇ ਵਿੱਚ ਬਹੁਤ ਸਾਰੇ ਬੱਚੇ ਪ੍ਰੋਬਲਮ ਫੇਸ ਕਰਦੇ ਆ। ਠੀਕ ਹੈ ਜੀ। ਬਸ ਇਹ ਚੀਜ਼ ਹੈ ਕਿ ਕਲਾਸ ਨੂੰ ਤੁਸੀਂ ਫੋਕਸਡ ਰਹਿ ਕੇ ਸੁਣਨਾ ਹੈਗਾ ਹੈ। ਬਿਲਕੁਲ ਕੰਸੰਟਰੇਸ਼ਨ ਦੇ ਨਾਲ ਕਾਪੀ ਐਂਡ ਪੈਨ ਲੈ ਲਓ। ਜੋ ਜੋ ਰੂਲਸ ਐਂਡ ਰੈਗੂਲੇਸ਼ਨ ਮੈਂ ਤੁਹਾਨੂੰ ਸਮਝਾਵਾਂਗੀ ਨਾਲ ਦੀ ਨਾਲ ਤੁਸੀਂ ਨੋਟ ਕਰਨੇ ਹੈਗੇ ਆ। ਠੀਕ ਹੈ ਜੀ। ਇਹ ਚੀਜ਼ ਦੇ ਮੇਰਾ ਤੁਹਾਡੇ ਨਾਲ 100% ਵਾਅਦਾ ਹੈ ਕਿ ਜਦੋਂ ਤੁਸੀਂ ਇਹ ਕਲਾਸ ਨੂੰ ਲਾਓਗੇ ਕਾਫੀ ਸਾਰੇ ਡਾਊਟਸ ਤੁਹਾਡੇ ਕਲੀਅਰ ਹੋਣਗੇ। ਬਟ ਗੱਲ ਇਹ ਹੈ ਕਿ ਤੁਸੀਂ ਫੋਕਸ ਰਹਿ ਕੇ ਕਲਾਸ ਨੂੰ ਸੁਣਨਾ ਹੈ। ਠੀਕ ਹੈ ਜੀ। ਦੇਖੋ ਬੱਚੇ, ਇਫ ਯੂ ਵਰਕ ਹਾਰਡ ਯੂ ਵਿਲ ਡੈਫੀਨੇਟਲੀ ਗੈਟ ਯੂਰ ਡਿਜ਼ਾਇਰ ਬੈਂਡ ਸਕੋਰ, ਬਟ ਇਫ ਯੂ ਡੋਂਟ ਬਿਕਮ ਸੀਰੀਅਸ ਨਾਓ ਯੂ ਵਿਲ ਰਿਗਰੈਟ ਵਨ ਡੇ। ਸੋ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਉਹ ਦਿਨ ਆਵੇ ਨਾ ਜੋ ਤੁਸੀਂ ਰਿਗਰੈਟ ਫੀਲ ਕਰੋ। ਠੀਕ ਹੈ ਜੀ। ਤੁਸੀਂ ਅੱਜ ਤੋਂ ਹੀ ਮਿਹਨਤ ਕਰੋ ਜੇ ਤੁਸੀਂ ਆਪਣਾ ਕੱਲ ਬਣਾਉਣਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਿਓ। ਜੇ ਅੱਜ ਮਿਹਨਤ ਨਹੀਂ ਕਰੋਗੇ, ਕੱਲ ਬਾਰੇ ਸੋਚੋਗੇ ਤੇ ਕੱਲ ਨਹੀਂ ਬਣੇਗਾ। ਅੱਜ ਮਿਹਨਤ ਕਰਨ ਤੇ ਕੱਲ ਬਣੇਗਾ। ਇਹ ਗੱਲ ਹਮੇਸ਼ਾ ਯਾਦ ਰੱਖਿਓ। ਅੱਜ ਤੁਸੀਂ ਮਿਹਨਤ ਕਰ ਰਹੇ ਹੋ, ਅੱਜ ਤੁਸੀਂ ਹਾਰਡ ਵਰਕ ਕਰ ਰਹੇ ਹੋ, ਕੱਲ ਤੁਹਾਡਾ ਬਣਿਆ ਹੀ ਆ। ਬਟ ਅੱਜ ਤੁਸੀਂ ਵੀਡੀਓ ਸਕਰੋਲਸ ਕਰ ਰਹੇ ਹੋ, ਕੰਸਿਸਟੈਂਸੀ ਨਾਲ ਤੁਸੀਂ ਪੜ੍ਹ ਨਹੀਂ ਰਹੇ, ਫੋਕਸ ਨਹੀਂ ਕਰ ਰਹੇ ਹੈਗੇ, ਤੇ ਕੱਲ ਤੁਹਾਡਾ ਕਦੀ ਨਹੀਂ ਬਣੇਗਾ। ਅੱਜ ਤੋਂ ਹੀ ਫੋਕਸ ਰਹਿਣਾ ਸਿੱਖੋ। ਆਪਣੇ ਕੰਮ ਤੇ ਧਿਆਨ ਦਿਓ 110%। ਦੁਨੀਆ ਦੀਆਂ ਬਾਕੀ ਸਾਰੀਆਂ ਚੀਜ਼ਾਂ ਇੱਕ ਸਾਈਡ ਰੱਖ ਦਿਓ। ਜਿੰਨਾ ਚਿਰ ਤੁਹਾਡੀ ਜ਼ਿੰਦਗੀ ਨਹੀਂ ਬਣਦੀ ਇਸ ਚੀਜ਼ ਤੇ ਫੋਕਸ ਕਰੋ। ਠੀਕ ਹੈ ਜੀ। ਦੇਖੋ ਧਿਆਨ ਦੇ ਨਾਲ ਸੁਣਿਓ ਬੱਚਿਓ। ਅੱਜ ਆਪਾਂ ਪੀਟੀ ਦੀਆਂ ਫਿਲਿੰਗ ਇਨ ਦੇ ਬਲੈਂਕਸ ਕਰਨ ਲੱਗੇ ਆ। ਸਭ ਤੋਂ ਪਹਿਲਾਂ ਆਪਾਂ ਆਰਟੀਕਲਸ ਦੀ ਗੱਲ ਕਰਦੇ ਆ, ਜਿਹਦੇ ਵਿੱਚ ਕਾਫੀ ਸਾਰੇ ਬੱਚੇ ਕਨਫਿਊਜ਼ ਹੁੰਦੇ ਆ ਕਿ ਏ ਕਦੋਂ ਆਉਂਦਾ ਹੈ, ਐਨ ਕਦੋਂ ਆਉਂਦਾ ਹੈ, ਦੀ ਕਦੋਂ ਆਉਂਦਾ ਹੈ। ਠੀਕ ਹੈ। ਚਲੋ ਏ ਤੇ ਐਨ ਦਾ ਮੋਸਟ ਆਫ ਸਟੂਡੈਂਟਸ ਨੂੰ ਪਤਾ ਹੈਗਾ, ਪਰ ਦੀ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਹੁੰਦੀ, ਉਹ ਅੱਜ ਆਪਾਂ ਕਲੀਅਰ ਕਰਾਂਗੇ। ਪਹਿਲਾਂ ਆਪਾਂ ਏ ਦੀ ਗੱਲ ਕਰਦੇ ਹਾਂ। ਅਗਰ ਤੁਹਾਡੇ ਬਲੈਂਕਸ ਤੋਂ ਪਹਿਲਾਂ ਏ ਆ ਜਾਂਦਾ ਹੈ, ਬਾਅਦ ਵਿੱਚ ਤੁਹਾਡੀ ਬਲੈਂਕਸ ਆਉਂਦੀ ਹੈ, ਤੇ ਉਹਦੇ ਵਿੱਚ ਕੌਨਸੋਨੈਂਟ ਆਏਗਾ। ਠੀਕ ਹੈ। ਕੌਨਸੋਨੈਂਟ ਆਏਗਾ। ਜਿਵੇਂ ਯੂਨੀਵਰਸਿਟੀ ਹੋ ਗਈ, ਬੁੱਕ ਹੋ ਗਿਆ। ਕੌਨਸੋਨੈਂਟ ਕੀ? ਜਿਹੜੇ ਵਰਡ ਏ ਤੋਂ ਈ ਓ ਯੂ ਆਈ, ਇਹ ਜਿਹੜੇ ਵਰਡ ਇਹਨਾਂ ਤੋਂ ਸਟਾਰਟ ਨਹੀਂ ਹੁੰਦੇ ਉਹ ਵਰਡ ਏ ਤੋਂ ਬਾਅਦ ਆਉਣਗੇ। ਤੇ ਜਿਹੜੇ ਵਰਡ ਏ ਈ ਓ ਯੂ ਆਈ ਤੋਂ ਸਟਾਰਟ ਹੁੰਦੇ ਆ ਉਹਨਾਂ ਤੋਂ ਪਹਿਲਾਂ ਐਨ ਆਉਂਦਾ ਹੈ, ਤੇ ਐਨ ਤੋਂ ਬਾਅਦ ਇਹ ਵਾਲੇ ਵਰਡਸ ਆਉਂਦੇ ਆ। ਜਿਵੇਂ ਐਨ ਐਪਲ, ਐਨ ਆਰ ਹੋ ਗਿਆ। ਹੁਣ ਗੱਲ ਆਉਂਦੀ ਹੈ ਦੀ ਕਦੋਂ ਆਉਂਦਾ ਹੈ? ਹੁਣ ਸਪੈਸੀਫਿਕ ਥਿੰਗ ਤੇ ਲਿਖੀ ਹੁੰਦੀ ਹੈ, ਬੱਚੇ ਨੂੰ ਪਤਾ ਨਹੀਂ ਲੱਗਦਾ ਸਪੈਸੀਫਿਕ ਥਿੰਗ ਕਿਹੜੀ। ਹਰੇਕ ਚੀਜ਼ ਸਪੈਸੀਫਿਕ ਆ ਕਿ ਤੁਸੀਂ ਹਰੇਕ ਚੀਜ਼ ਦੇ ਨਾਲ ਹੀ ਲਾ ਦੋਗੇ? ਦੇਖੋ ਧਿਆਨ ਦੇ ਨਾਲ ਇਹ ਚੀਜ਼ ਨੂੰ ਸੁਣੋ। ਜਿਵੇਂ ਦੇਖੋ ਧਿਆਨ ਨਾਲ ਸੁਣਿਓ ਬੱਚੇ। ਮੈਂ ਕਿਹਾ ਆਈ ਸੌ ਏ ਲਾਇਨ, ਮੈਂ ਇੱਕ ਲਾਇਨ ਦੇਖਿਆ, ਉਹ ਲਾਇਨ ਬਹੁਤ ਵੱਡਾ ਸੀ। ਦੀ ਲਾਇਨ ਇਜ਼ ਵੈਰੀ ਬਿਗ। ਠੀਕ ਹੈ। ਪਹਿਲਾਂ ਮੈਂ ਕਿਹਾ ਮੈਂ ਇੱਕ ਲਾਇਨ ਦੇਖਿਆ, ਉਹ ਲਾਇਨ ਬਹੁਤ ਵੱਡਾ ਸੀ। ਮੈਂ ਪਹਿਲਾਂ ਇੱਕ ਚੀਜ਼ ਦੀ ਗੱਲ ਕੀਤੀ, ਫਰਦਰ ਜਦੋਂ ਮੈਨੂੰ ਐਕਸਪਲੇਨ ਕਰਨ ਲੱਗੀ ਤੇ ਮੈਂ ਦੀ ਦਾ ਯੂਜ਼ ਕੀਤਾ। ਜਿਵੇਂ ਇੱਕ ਹੋਰ ਐਗਜ਼ਾਮਪਲ ਦੇਖਦੇ ਆ। ਮੈਂ ਕਿਹਾ ਆਈ ਰੀਡ ਏ ਬੁੱਕ, ਮੈਂ ਇੱਕ ਬੁੱਕ ਰੀਡ ਕੀਤੀ। ਦੀ ਬੁੱਕ, ਉਹ ਵਾਲੀ ਬੁੱਕ ਕੀ ਸੀ? ਵਾਜ਼ ਵੈਰੀ ਇੰਟਰਸਟਿੰਗ। ਉਹ ਬੁੱਕ ਬਹੁਤ ਇੰਟਰਸਟਿੰਗ ਸੀ। ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਗੱਲ ਕਰਦੇ ਹੋ, ਫਰਦਰ ਉਹ ਚੀਜ਼ ਨੂੰ ਡਿਸਕ੍ਰਾਈਬ ਕਰਨ ਲੱਗਦੇ ਹੋ, ਉਦੋਂ ਤੁਸੀਂ ਦੀ ਲਾਉਣਾ ਹੁੰਦਾ ਹੈ। ਇਸ ਤੋਂ ਇਲਾਵਾ ਜੋ ਚੀਜ਼ਾਂ ਇੱਕ ਆ, ਜਿਵੇਂ ਦੀ ਸਨ, ਸਨ ਇੱਕ ਆ ਇਸ ਕਰਕੇ ਦੀ ਆਏਗਾ। ਦੀ ਮੂਨ, ਮੂਨ ਇੱਕ ਆ ਇਸ ਕਰਕੇ ਦੀ ਆਏਗਾ। ਦੀ ਸਕਾਈ, ਠੀਕ ਹੈ, ਇਹਦੇ ਨਾਲ ਦੀ ਆਏਗਾ। ਦੀ ਅਰਥ, ਠੀਕ ਹੈ। ਇਸ ਤੋਂ ਇਲਾਵਾ ਜੋ ਕੁਝ ਰਿਵਰਸ ਹੁੰਦੇ ਆ ਉਹਨਾਂ ਦੇ ਨਾਲ ਆਉਂਦਾ ਹੈ। ਠੀਕ, ਤੇ ਕੁਝ ਨੰਬਰਸ ਦੇ ਨਾਲ ਵੀ ਆਉਂਦਾ ਹੈ। ਜਿਵੇਂ ਤੁਸੀਂ ਕਹੋ ਇਨ ਦੀ ਫਰਸਟ ਸਟੇਜ, ਠੀਕ ਹੈ, ਇਨ ਦੀ ਫਰਸਟ ਈਅਰ, ਇਨ ਦੀ ਸੈਕੰਡ ਈਅਰਸ, ਇਹਨਾਂ ਦੇ ਵਿੱਚ ਆਉਂਦਾ ਹੈ। ਠੀਕ ਹੈ। ਸਮਝ ਲੱਗੀ ਆਪਾਂ ਦੀ ਦਾ ਕਦੋਂ ਯੂਜ਼ ਕਰਨਾ ਹੈ? ਠੀਕ ਹੈ ਜੀ। ਜਿਵੇਂ ਦੇਖੋ ਆਪਾਂ ਇੱਕ ਛੋਟੀ ਜੀ ਐਗਜ਼ਾਮਪਲ ਦੇਖਦੇ ਹਾਂ। ਸ਼ੀ ਬਾਊਟ ਡੈਸ਼ ਐਕਸਪੈਂਸਿਵ ਕਾਰ। ਹੁਣ ਦੇਖੋ ਇਹਨੂੰ ਪਹਿਲਾਂ ਐਕਸਪਲੇਨ ਨਹੀਂ ਕੀਤਾ ਗਿਆ, ਇਸ ਕਰਕੇ ਦੀ ਨਹੀਂ ਆਏਗਾ। ਏ ਤੇ ਆਏਗਾ ਨਹੀਂ ਕਿਉਂਕਿ ਈ ਲੱਗਾ ਹੋਇਆ, ਇਸ ਕਰਕੇ ਇਹਦੇ ਨਾਲ ਐਨ ਆਏਗਾ। ਕਲੀਅਰ ਹੈ ਜੀ। ਨੈਕਸਟ ਦੇਖੋ। ਨੈਕਸਟ ਬੱਚੇ, ਸਿੰਗੂਲਰ ਦੇ ਨਾਲ ਸਿੰਗੂਲਰ ਵਰਬ ਆਉਂਦੀ ਹੈ। ਸਿੰਗੂਲਰ ਕਿਹੜੇ ਕਿਹੜੇ ਹੁੰਦੇ ਆ ਧਿਆਨ ਦੇ ਵਿੱਚ ਰੱਖਿਓ। ਜਿਹੜੇ ਵੀ ਹੀ, ਸ਼ੀ, ਇਟ, ਜੇ ਕਿਸੇ ਇੱਕ ਪਰਸਨ ਦਾ ਨੇਮ ਆ ਤੇ ਉਹ ਸਿੰਗੂਲਰ ਹੁੰਦੇ ਆ। ਉਹਨਾਂ ਦੇ ਨਾਲ ਜਦੋਂ ਵੀ ਆਪਾਂ ਫਰਸਟ ਵਰਬ ਲਿਖਦੇ ਆ ਉਹਦੇ ਨਾਲ ਐਸ, ਈ ਐਸ ਜ਼ਰੂਰ ਆਉਂਦਾ। ਜਿਵੇਂ ਮੈਂ ਕਿਹਾ ਉਹ ਕ੍ਰਿਕਟ ਖੇਡਦਾ ਹੈ, ਹੀ ਪਲੇਸ ਕ੍ਰਿਕਟ। ਉਹ ਕਿਤਾਬ ਪੜ੍ਹਦੀ ਹੈ ਤੇ ਆਏਗਾ she reads book। ਲੱਗੀ ਸਮਝ?
ਤੇ ਜਦੋਂ ਆਪਾਂ ਜ਼ਿਆਦੇ ਜਾਣਿਆਂ ਦੀ ਗੱਲ ਕਰਨੀ ਆ ਪਲੂਰਲ ਦੀ, ਪਲੂਰਲ ਕਿਹੜੇ ਹੁੰਦੇ ਆ? ਪਲੂਰਲ ਹੁੰਦੇ ਆ ਜੀ ਦੇ ਜ਼ਿਆਦੇ ਲਈ ਯੂਜ਼ ਕਰਦੇ ਆ ਵੀ। ਯੂ ਵੀ ਪਲੂਰਲ ਹੁੰਦਾ। ਕਿਦਾਂ? ਜਿਵੇਂ ਤੁਸੀਂ ਹੋ ਹਨਾ, ਤੁਸੀਂ ਇੱਕ ਜਾਣਾ ਵੀ ਹੋ ਸਕਦਾ ਏ, ਜ਼ਿਆਦੇ ਜਾਣੇ ਵੀ ਹੋ ਸਕਦੇ ਆ, ਤੇ ਮੈਂ ਇੱਕ ਜਣੇ ਨੂੰ ਵੀ ਤੁਸੀਂ ਬੋਲੂੰਗੀ ਤੇ ਜ਼ਿਆਦਿਆਂ ਨੂੰ ਵੀ ਮੈਂ ਤੁਸੀਂ ਹੀ ਬੋਲੂੰਗੀ, ਠੀਕ ਹੈ? ਇਸ ਕਰਕੇ ਯੂ ਵੀ ਪਲੂਰਲ ਹੁੰਦਾ ਏ। ਨੈਕਸਟ ਆਈ ਨੂੰ ਵੀ ਆਪਾਂ ਪਲੂਰਲ ਦੇ ਵਿੱਚ ਲੈਂਦੇ ਆ, ਤੇ ਇਹਦੇ ਨਾਲ ਵਰਬ ਦੀ ਫਸਟ ਫਾਰਮ ਨਾਲ ਐਸ ਨਹੀਂ ਲੱਗਦੀ ਹੈਗੀ, ਠੀਕ ਹੈ ਜੀ? ਇਹ ਚੀਜ਼ ਦਾ ਧਿਆਨ ਰੱਖਣਾ ਹੈ। ਜਿਵੇਂ ਐਗਜ਼ਾਮਪਲ ਆਪਾਂ ਦੇ ਕੇ ਸਮਝ ਲੈਨੇ ਇਹ ਚੀਜ਼ ਨੂੰ। ਜਿਵੇਂ ਦੇ ਪਲੇ ਕ੍ਰਿਕਟ ਹੋਏਗਾ, ਠੀਕ ਹੈ? ਦੇ ਪਲੇ ਕ੍ਰਿਕਟ ਆਏਗਾ, ਦੇ ਜ਼ਿਆਦਾ ਜਾਣੇ, ਇਸ ਕਰਕੇ ਪਲੇ ਦੇ ਨਾਲ ਐਸ ਨਹੀਂ ਲੱਗੇਗਾ। ਜਿਵੇਂ ਸ਼ੀ ਰੀਡਸ ਬੁੱਕ, ਠੀਕ ਹੈ? ਜਿਵੇਂ ਕਿ ਅਸੀਂ ਕਿਤਾਬ ਪੜ੍ਹੀ, ਵੀ ਰੀਡ ਬੁੱਕ, ਠੀਕ ਹੈ? she reads book आएगा, we read book आएगा, ठीक है? सॉरी we read a book ऊपर भी आ जाएगा ये, ठीक है? क्लियर है जी इत्थों तक ये चीज़ां? चलो नेक्स्ट देखते हैं हुण आपां। जिवें एग्जांपल्स इत्थे देख लेने आ कुछ। ही प्लेज, देखो प्लेज नाल एस आया क्योंकि ही सिंगुलर सी। नेक्स्ट दी टीचर टीचस, हुण टीचर एक सी इस करके टीच दे नाल एस आया, ठीक है जी? नेक्स्ट देखते हैं बच्चे, जिवें इधर देखो प्लूरल दे ज्यादा जाने इस करके प्ले ना एस नहीं आया। स्टूडेंट्स ज्यादा जाने इस करके स्टडी दे नाल एस वाई कट के IES नहीं आया। क्यों? क्योंकि स्टूडेंट्स ज्यादा जाने आ। इस तो इलावा जो एवरीवन हुंदा है, ईच हुंदा है, एवरी हुंदा है, समबॉडी हुंदा है, ये भी सिंगुलर हुंदे। इन्हां तो बाद भी वर्ब दी फर्स्ट फॉर्म ना ES आउंदा है जी, ठीक है जी? ये सिंगुलर ध्यान नाल देख लो बच्चे, सिंगुलर्स हुंदे इहनूं प्लूरल दे विच नहीं लैना। जो प्लूरल हुंदे हुंदे मैनी, सैवरल, फ्यू, ये प्लूरल हुंदे। इन्हां तो बाद SES जिहड़ा वो बिल्कुल नहीं आंदा है, ठीक है जी? उस तो इलावा टेंसेस की पहचान किदां करनी है भी किहड़े टेंस की गल हो रही है, तो ये चीज ध्यान दे विच रखनी आ। जदों भी जस्ट डे की गल आएगी तो पास्ट की गल होएगी। लास्ट वीक जो बीत चुका है वो भी पास्ट की गल होएगी। अगो लग गया जिवें 3 मंथ अगो, 3 ईयर अगो, मतलब जो जा चुका है तो वो भी पास्ट की ही गल होवेगी, ठीक है जी? बट जे उथे नाउ लिखिया होगा तो वह प्रेजेंट की गल होएगी। एट द मूवमेंट लिखिया तो वह प्रेजेंट कंटिन्यू होएगा, ठीक है जी? नेक्स्ट देखो, अगर उथे टुमोरो लिखिया होएगा तो फ्यूचर की गल हो रही होगी जी, ठीक है? जिथे जे उथे सिंस ते फोर लिखिया है तो वह प्रेजेंट परफेक्ट टेंस की गल चल रही होएगी, ठीक है बच्चे? जिवें आपां एग्जाम्पल तो क्लीयर करते हैं। ही डैश हेयर यस्टरडे, ठीक है? यस्टरडे पास की गल आ गई तो वर्क ना ईडी आएगा, मतलब जो भी तुहाडी इत्थे वर्ब आएगी वो सैकेंड होएगी, सैकेंड वर्ब आएगी क्योंकि यस्टरडे लगा होया है, ठीक है जी? इस तो इलावा जो भी तुहानूं कोई ब्लैंक्सिस आंदियां हैगियां उन्हां तो पहला जे मॉडल्स लगे होए आ, मॉडल्स किहड़े हुंदे आ? देखो कैन, कुड, शुड, वुड, मे, माइट, मस्ट, विल, शैल। इन्हां तो बाद हमेशा वर्ब दी फर्स्ट फॉर्म लाउणी आ। ये चीज का खास ध्यान रखना है जी, ठीक है? जदों भी मॉडल्स आ जाते कैन तो बाद तुहाडी ब्लैंक्स कुड तो भावें पास्ट दी ही क्यों नहीं गल हो रही, अगर कैन लग गया है ओदे तो बाद तुहाडी ब्लैंक्स आ। ध्यान नाल सुनियो बच्चे, ओदे तो बाद तुहाडी ब्लैंक्स आ कैन तो, कुड तो, शुड तो, वुड, मे, माइट तो, ते तुहाडी हमेशा वर्ब दी फर्स्ट फॉर्म ही आएगी, ठीक है जी? सेकंड फॉर्म तुसी नहीं लाओगे, ना ही ING लाओगे, ठीक है जी? फर्स्ट फॉर्म ही आएगी। उस तो बाद नेक्स्ट देखो, जिवें एग्जांपल देखते हैं, शी कैन स्पीक इंग्लिश, शी कैन स्पीक आया। अगर तुसी स्पोक लिखते हो तो वो गलत जाता है, ठीक है बच्चे? हुण आपां करदे हां कुछ प्रैपोजिशंस जो कि बहुत इंपॉर्टेंट है ते कुछ वर्ड्स नाल परमानेंटली आंदियां ही आंदियां हैगियां। जिवें अगर इन तो पहला तुहाडे कोई ब्लैंक्स है ते उत्थे हो सकदा है इंटरस्टेड आवे जे ऑप्शन च अवेलेबल होएगा। एट, गुड दे नाल एट आउंदा है, डिपेंड दे नाल ऑन आउंदा है, अफ्रेड ऑफ हुंदा है, रिस्पोंसिबल दे नाल ऑफ आउंदा है, फोकस ना ऑन आउंदा है, बिलीव ना इन आउंदा है, अप्लाई दे नाल फॉर आउंदा है, कंसिस्ट हुंदा शामिल करने दे नाल ऑफ आउंदा है, सिमिलर दे नाल टू आउंदा है, डिफरेंट दे नाल फ्रॉम आउंदा है, पार्टिसिपेट दे नाल इन आउंदा है ते मैरिड दे नाल टू आउंदा है। जदों कोई बंदा डिस्क्राइब करदा कि मेरी इहदे नाल मैरिज होई है तो कई वारी विद यूज कर लेंदे, पर विद ग्रामेटिकली गलत है, इत्थे टू आएगा, ठीक है जी? नेक्स्ट देखो, जो एडजेक्टिव हुंदा है वो नाउन नू डिस्क्राइब कर रहा है, ते अगर नाउन तो पहला तुहाडी ब्लैंक्स है तो एडजेक्टिव होएगी किदां? ध्यान नाल देखो, मैं एग्जांपल दिंदी हां। मैं क्या ही
इज ए बॉय, ਉਹ ਮੁੰਡਾ ਹੈ। ਬॉय ਕੀ ਆ ਨਾउन, ਠੀਕ ਹੈ ਜੀ। ਅਗਰ ਮੈਂ ਨਾउन ਦੀ ਵਿਸ਼ੇਸ਼ਤਾ ਦੱਸਦੀ ਹੈ ਕਿ ਮੁੰਡਾ ਕਿਵੇਂ ਦਾ ਹੈ ਤੇ ਮੈਂ ਕਿਹਾ ਮੁੰਡਾ ਤੇ ਚੰਗਾ ਹੈ, ਤੇ ਮੈਂ ਕਿਹਾ ਹੀ ਇਜ਼ ਅ ਨਾਈਸ ਬॉय, ਤੇ ਨਾਈਸ ਕੀ ਆ ਐਡਜੈਕਟਿਵ, ਤੇ ਬॉय ਕੀ ਹੈਗਾ ਵਾ ਨਾउन, ਠੀਕ ਹੈ ਜੀ। ਤੇ ਜੋ ਨਾਈਸ ਆ ਉਹ ਐਡਜੈਕਟਿਵ ਆ। ਅਗਰ ਬॉय ਤੋਂ ਪਹਿਲਾਂ ਕੋਈ ਬਲੈਂਕਸ ਹੋਏਗੀ ਤੇ ਉਹ ਐਡਜੈਕਟਿਵ ਹੋਏਗੀ, ਉਸ ਨਾउन ਦੀ ਵਿਸ਼ੇਸ਼ਤਾ ਦੱਸੀ ਗਈ ਹੋਏਗੀ। ਜੇ ਮੈਂ ਇੱਕ ਹੋਰ ਐਗਜ਼ਾਮਪਲ ਦਿੰਨੀ ਆ ਤੁਹਾਨੂੰ, ਜਿਵੇਂ ਕਿਹਾ ਸ਼ੀ ਇਜ਼ ਏ ਗਰਲ, ਹੁਣ ਉਹ ਗਰਲ ਆ ਕਿਦਾਂ ਦੀ ਆ, ਮੈਂ ਕਿਹਾ ਉਹ ਬਹੁਤ ਸਮਾਰਟ ਕੁੜੀ ਆ, ਤੇ ਮੈਂ ਕਹੂੰਗੀ ਸਮਾਰਟ। तो इतने स्मार्ट की ਉਹਦੀ ਵਿਸ਼ੇਸ਼ਤਾ। ਅਗਰ ਨਾउन ਤੋਂ ਪਹਿਲਾਂ ਬਲੈਂਕਸ ਆ, ਧਿਆਨ ਨਾਲ ਫਿਰ ਸੁਣ ਲਓ, ਜੇ ਨਾउन ਤੋਂ ਪਹਿਲਾਂ ਬਲੈਂਕਸ ਆ ਤੇ ਉਹ ਐਡਜੈਕਟਿਵ ਆਏਗੀ ਤੁਹਾਡੀ, ਠੀਕ ਹੈ ਜੀ। ਨੈਕਸਟ ਦੇਖੋ, ਇੱਥੇ ਤੱਕ ਕਲੀਅਰ ਹੈ ਜੀ। ਨੈਕਸਟ ਦੇਖੋ ਬੱਚੇ, ਜਿਵੇਂ ਆਪਾਂ ਐਗਜ਼ਾਮਪਲ ਚ ਵੀ ਦੇਖਦੇ ਆ, ਗਰਲ ਆ ਗਈ ਨਾउन, ਤੇ ਉਸ ਤੋਂ ਪਹਿਲਾਂ ਕੀ ਆਇਆ ਬਿਊਟੀਫੁਲ, ਠੀਕ ਹੈ। ਸੋ ਗਰਲ ਕੀ ਆ ਬਿਊਟੀਫੁਲ, ਤੇ ਬਿਊਟੀਫੁਲ ਕੀ ਉਹਦਾ ਐਡਜੈਕਟਿਵ, ਉਹਦੀ ਵਿਸ਼ੇਸ਼ਤਾ। स्टूडेंट, स्टूडेंट किदां दा है जी, वो सक्सेसफुल आ, ठीक है। तो सक्सेसफुल की स्टूडेंट दा एडजेक्टिव ओदी विशेषता। नेक्स्ट जो एडवर्ब्स हुंदियां है वो वर्ब्स ਨੂੰ डिस्क्राइब ਕਰਦੇ ਹੋ। ਤੁਸੀਂ ਕਹੋਗੇ ਮੈਮ ਇੰਨੀ ਗ੍ਰਾਮਰ ਤੇ ਤੁਸੀਂ ਬਹੁਤ ਗ੍ਰਾਮਰ ਸਿਖਾ ਰਹੇ ਹੋ, ਇੰਨੀ ਗ੍ਰਾਮਰ ਸਿੱਖਣੀ ਸਾਡੇ ਲਈ ਔਖੀ ਆ, ਠੀਕ ਹੈ। ਮੈਂ ਸਿਰਫ ਤੁਹਾਨੂੰ ਮੇਨ ਚੀਜ਼ਾਂ ਸਿਖਾ ਰਹੀ ਹਾਂ, ਉਹ ਵੀ ਬਹੁਤ ਸਿੰਪਲ ਵੇ ਦੇ ਵਿੱਚ। ਬੱਚੇ ਇਹ ਤੁਹਾਡੀ ਲਾਈਫ ਬਣਾ ਦੇਣਗੀਆਂ। ਸੀਰੀਅਸਲੀ ਅਗਰ ਤੁਸੀਂ ਕਲਾਸ ਨੂੰ ਧਿਆਨ ਨਾਲ ਸੁਣੋਗੇ ਤੇ ਸੱਚੀ ਉਹ ਤੁਹਾਡੀ ਲਾਈਫ ਬਣ ਜਾਏਗੀ, ਜੇ ਤੁਸੀਂ ਸੱਚੀ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ ਤੇ ਸਕੋਰ ਲੈਣਾ ਚਾਹੁੰਦੇ ਹੋ, ਠੀਕ ਹੈ ਜੀ। ਸਿਰਫ ਧਿਆਨ ਦੇ ਨਾਲ ਸੁਣੀ ਜਾਓ। ਬਟ ਹਾਂ ਫਿਰ ਵੀ ਅਗਰ ਕਿਸੇ ਨਾ ਕਿਸੇ ਚੀਜ਼ 'ਚ ਡਾਊਟ ਹੋਇਆ, ਨਾ ਪਤਾ ਲੱਗਾ, ਤਾਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ, ਕਮੈਂਟ ਕਰਕੇ ਪੁੱਛ ਲਿਓ, ਠੀਕ ਹੈ ਬੱਚੇ। ਜਿਵੇਂ ਦੇਖੋ ਐਡਵਰਬ ਡਿਸਕ੍ਰਾਈਬ ਕਰਦੀ ਹੈ ਵਰਬਸ ਨੂੰ। ਜਿਵੇਂ ਦੇਖੋ ਬੱਚੇ ਆਪਾਂ ਐਗਜ਼ਾਮਪਲ ਦਿੰਨੇ ਆ, ਜਿਵੇਂ ਐਗਜ਼ਾਮਪਲ ਦਿੱਤਾ ਹੀ ਸਪੀਕਸ पोलाइटली, ठीक है। वो किदां बोलदी आ, स्पीक किदां करदी आ पोलाइटली। इत्थे मैं स्पीक नु एक्सप्लेन कीता है, स्पीक किदां हो रही है पोलाइटली, ठीक है। नेक्स्ट देखो मैं क्या, शी ड्राइव्स केयरफुली, ਤੇ ਡਰਾਈਵ ਕਿਦਾਂ ਹੋ ਰਹੀ ਹੈ ਕੇਅਰਫੁਲੀ, ਤੇ ਸਪੀਕ ਕੀ ਹੈਗੀ ਆ ਵਰਬ, ਤੇ ਵਰਬ ਨੂੰ ਕੌਣ ਡਿਸਕ੍ਰਾਈਬ ਕਰੀ ਐਡਵਰਬ। ਐਡਵਰਬ ਦੀ ਪਛਾਣ ਕੀ ਹੁੰਦੀ ਹੈ ਕਿ ਜਿਹੜੀ ਐਲ ਵਾਈ ਹੈ ਨਾ, ਜ਼ਿਆਦਾਤਰ ਐਡਵਰਬ ਦੇ ਵਿੱਚ ਹੁੰਦੀ ਐਲ ਵਾਈ। ਜਦੋਂ ਵੀ ਤੁਹਾਡੀ ਕੋਈ ਬਲੈਂਕਸ ਜਿਹੜੀ ਹੈਗੀ ਆ ਉਹ ਵਰਬ ਤੋਂ ਬਾਅਦ ਹੋਵੇ, ਜਿਵੇਂ ਸਪੀਕ ਤੋਂ ਬਾਅਦ, ਡਰਾਈਵ ਤੋਂ ਬਾਅਦ ਤੁਹਾਡੀ ਕੋਈ ਬਲੈਂਕਸ ਹੈਗੀ ਆ, ਤੇ ਉਹਦੇ ਵਿੱਚ ਕੀ ਆਏਗਾ, ਤੁਹਾਡੇ ਐਡਵਰਬਸ ਆਉਣਗੇ ਜੋ ਕਿ ਉਸ ਵਰਬ ਨੂੰ ਡਿਸਕ੍ਰਾਈਬ ਕਰਨਗੇ। ਇਹ ਗੱਲ ਯਾਦ ਰੱਖਿਓ, ਠੀਕ ਹੈ ਜੀ। ਨੈਕਸਟ ਜਿਵੇਂ ਆਪਾਂ ਕੁਝ ਐਗਜ਼ਾਮਪਲਸ ਦੇਖ ਲੈਂਦੇ ਆ, ਜਿਵੇਂ ਸਪੀਕ ਕਿਦਾਂ ਬੋਲਦੀ ਆ, ਫਲੂਐਂਟਲੀ ਬੋਲ ਰਹੀ ਆ। ਕਿਦਾਂ ਡਰਾਈਵ ਹੋ ਰਿਹਾ ਹੈ, ਕੇਅਰਫੁਲੀ ਡਰਾਈਵ ਹੋ ਰਹੀ ਹੈ, ਤੇ ਇੱਥੇ ਵਰਬਸ ਨੂੰ ਐਕਸਪਲੇਨ ਕੀਤਾ ਗਿਆ ਹੈ, ਠੀਕ ਹੈ ਜੀ। ਨੈਕਸਟ ਦੇਖੋ, ਕੁਝ ਵਰਬਸ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਤੋਂ ਬਾਅਦ ਟੂ ਲੱਗਦਾ ਹੈ, ਠੀਕ ਹੈ। ਜਿਵੇਂ ਵਾਂਟ, ਹੋਪ, ਡਿਸਾਈਡ, ਪਲਾਨ, ਨੀਡ, ਐਗਰੀ, ਲਰਨ। she wants to study, ਉਹ ਸਟੱਡੀ ਕਰਨਾ ਚਾਹੁੰਦੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਕੁਝ ਵਰਬਸ ਦੇ ਨਾਲ, ਕੁਝ ਵਰਬਸ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਤੋਂ ਬਾਅਦ ਆਈਐਨਜੀ ਆਉਂਦਾ, ਜਿਵੇਂ ਇੰਜੋਏ ਤੋਂ ਬਾਅਦ ਜੋ ਲਿਖੋਗੇ ਉਹਦੇ ਨਾਲ ਆਈਐਨਜੀ ਆਏਗਾ। ਅਵੋਇਡ ਤੋਂ ਬਾਅਦ ਫਿਨਿਸ਼, ਕੀਪ, ਕੰਸੀਡਰ, ਸੁਜੈਸਟ, ਐਡਮਿਟ ਤੋਂ ਬਾਅਦ ਜੋ ਵੀ ਲਿਖੋਗੇ ਉਹਦੇ ਨਾਲ ਆਈਐਨਜੀ ਆਏਗਾ। ਜਿਵੇਂ she enjoy readings, she enjoys reading, ਉਹਨੂੰ ਰੀਡਿੰਗ ਇੰਜੋਏ ਕਰਨਾ ਪਸੰਦ। ਅਗਰ ਇੱਥੇ ਤੁਸੀਂ ਰੀਡ ਲਿਖ ਦਿੰਦੇ ਹੋ, ਆਈਐਨਜੀ ਨਹੀਂ ਪਾਉਂਦੇ, ਤੇ ਗ੍ਰਾਮੈਟਿਕਲੀ ਗਲਤ ਹੋ ਜਾਂਦਾ ਹੈ। ਇਹਦੇ ਨਾਲ ਆਈਐਨਜੀ ਆਏਗਾ ਕਿਉਂਕਿ ਪਹਿਲਾਂ ਇੰਜੋਏ ਆਇਆ ਹੈ, ਠੀਕ ਹੈ ਜੀ। ਨੈਕਸਟ ਦੇਖੋ, ਅਗੇਨ ਜੋ ਐਡਜੈਕਟਿਵ ਆ ਤੇ ਨਾउन ਇਹਨਾਂ ਦਾ ਕੰਬੀਨੇਸ਼ਨ ਹੈ। ਜਿਵੇਂ ਰਿਲੇਸ਼ਨਸ਼ਿਪ ਨਾउन ਆ, ਤੇ ਰਿਲੇਸ਼ਨਸ਼ਿਪ ਕਿਦਾਂ ਦੇ ਆ, ਸਟਰੋਂਗ ਆ, ਤੇ ਨਾउन ਨੂੰ ਐਕਸਪਲੇਨ ਕੀਤਾ ਗਿਆ ਨਾ ਕਿ ਸਟਰੋਂਗ ਰਿਲੇਸ਼ਨਸ਼ਿਪ। ਅਗਰ ਇੱਥੇ ਮੈਂ ਵੀਕ ਲਿਖ ਦਿੰਨੀ ਆ, ਉਹ ਵੀ ਐਡਜੈਕਟਿਵ ਆ, ਮਤਲਬ ਉਹਨੂੰ ਦੱਸਿਆ ਗਿਆ ਕਿ ਰਿਲੇਸ਼ਨਸ਼ਿਪ ਕਿਦਾਂ ਦੀ ਆ। ਜਿਵੇਂ ਇੱਥੇ ਨਾउन ਗਰੋਥ, ਗਰੋਥ ਕਿਦਾਂ ਦੀ ਆ, ਇਕਨੋਮਿਕ ਗਰੋਥ ਆ, ਫਾਈਨੈਂਸ਼ੀਅਲੀ ਗਰੋਥ ਆ, ਕਿਦਾਂ ਦੀ ਆ। ਰੇਨ ਹੋ ਰਹੀ ਹੈ, ਕਿਵੇਂ ਦੀ ਰੇਨ ਹੋ ਰਹੀ ਹੈ, ਹੈਵੀ ਹੋ ਰਹੀ ਹੈ, ਠੀਕ ਹੈ ਜੀ। ਨੈਕਸਟ ਦੇਖੋ, ਪ੍ਰੋਨਾउंस ਪਤਾ ਹੋਣੇ ਚਾਹੀਦੇ ਬੱਚੇ ਤੁਹਾਨੂੰ, ਇਹਦੇ ਵਿੱਚ ਕਲੀਅਰ ਹੋਣਗੇ, ਫਿਰ ਮੈਂ ਦੱਸ ਦਿੰਨੀ। ਦੇਖੋ ਬੱਚੇ, ਪ੍ਰੋਨਾउन ਤੁਹਾਡੇ ਕਲੀਅਰ ਹੋਣੇ ਚਾਹੀਦੇ। ਜਿਵੇਂ ਬॉय ਲਈ ਹੀ ਲੱਗਦਾ ਹੈ, ਗਰਲ, she ਜਿਆਦਾ ਪੀਪਲਸ ਲਈ ਦੇ ਲੱਗਦਾ ਹੈ। ਇੱਕ ਦੀ ਗੱਲ ਕਰੋਗੇ ਕਿਸੇ ਕੰਪਨੀ, ਨॉन ਲਿਵਿੰਗ ਥਿੰਗਸ, ਇਟ ਕਿਹਦੇ ਲੱਗਦਾ, ਯਾਦ ਰੱਖਿਓ ਨॉन ਲਿਵਿੰਗ ਥਿੰਗਸ, ਤੇ ਐਨੀਮਲ ਦੇ ਲਈ ਆਪਾਂ ਯੂਜ਼ ਕਰਦੇ ਹਾਂ, ਐਨੀਮਲਸ ਦੇ ਲਈ ਤੇ ਥਿੰਗਸ ਦੇ ਲਈ, ਠੀਕ ਹੈ। ਐਨੀਮਲਸ ਤੇ ਥਿੰਗਸ ਦੋਨਾਂ ਦੇ ਲਈ ਇਟ ਯੂਜ਼ ਹੁੰਦਾ ਹੈ, ਇਹ ਗੱਲ ਯਾਦ ਰੱਖਿਓ, ਲਿਖ ਲਿਓ, ਨੋਟ ਡਾਊਨ ਕਰ ਲਿਓ ਆਪਣੀ ਕਾਪੀ ਤੇ, ਠੀਕ ਹੈ। नेक्स्ट देखो,
ਕੰਜੰਕਸ਼ਨ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਜੋ ਉਹਦੇ ਵਿੱਚ ਲੱਗ ਰਿਹਾ ਤੁਹਾਡੀ ਰੀਡਿੰਗ ਦੇ ਵਿੱਚ, ਬਿਕੋਜ਼ ਰੀਜ਼ਨ ਦੱਸਦਾ ਹੈ। ਜਿਵੇਂ ਜਿਹੜਾ ਆਲਦੋ ਸੈਂਟੈਂਸ ਹੁੰਦਾ ਹੈ, ਜੋ ਆਲਦੋ ਹੁੰਦਾ ਇਹ ਵੀ ਕੰਟਰਾਸਟ ਕਰਦਾ ਹੈ ਆਲਦੋ ਤੋਂ। ਜਿਹੜਾ ਪਹਿਲੀ ਵਾਲੀ ਲਾਈਨ ਹੁੰਦੀ ਆ ਤੇ ਕੌਮਾ ਪਾ ਕੇ ਜੋ ਆਪਾਂ ਦੂਸਰੀ ਲਾਈਨ ਲਿਖਦੇ ਉਹ ਕੰਟਰਾਡਿਕਟ ਹੁੰਦੀ ਹੈ। ਜਿਵੇਂ ਮੈਂ ਕਹਿੰਨੀ ਆ ਕਿ ਅੱਜ ਕੱਲ ਕ੍ਰਾਈਮ ਰੇਟ ਬਹੁਤ ਵੱਧ ਰਿਹਾ ਹੈ, ਠੀਕ ਹੈ, ਉਸ ਤੋਂ ਬਾਅਦ ਕੌਮਾ ਪੈਂਦਾ ਹੈ ਤੇ ਦੂਸਰੀ ਲਾਈਨ ਕੰਟਰਾਡਿਕਟ ਹੁੰਦੀ ਆ। ਫਿਰ ਆਪਾਂ ਕਵਾਂਗੇ ਬਟ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਆ ਟਰੀਜ਼ ਨੂੰ ਪਲਾਂਟ ਕਰਕੇ, ਵੱਧ ਤੋਂ ਵੱਧ ਰੁੱਖ ਲਾ ਕੇ, ਠੀਕ ਹੈ। ਜਿਵੇਂ ਦੇਖੋ ਮੈਂ ਇੰਗਲਿਸ਼ ਚ ਬੋਲ ਕੇ ਦੱਸਦੀ ਆ ਤੁਹਾਨੂੰ, although the climate change is increasing day by day, comma, we can reduce it by planting more and more trees, ਠੀਕ ਹੈ। ਇਹਦੇ ਨਾਲ ਬਟ ਨਹੀਂ ਆਉਂਦਾ ਸੈਂਟਰ ਦੇ ਵਿੱਚ, ਬਟ ਗ੍ਰਾਮੈਟਿਕਲੀ ਗਲਤ ਹੁੰਦਾ ਹੈ, ਇਸ ਕਰਕੇ ਕੌਮਾ ਆਉਂਦਾ ਹੈ ਜਾਂ ਫਿਰ ਇੱਥੇ ਯੈਟ ਆਉਂਦਾ ਹੈ, ਠੀਕ ਹੈ। ਨੈਕਸਟ ਹਾਊਐਵਰ, ਹਾਊਐਵਰ ਦਾ ਮਤਲਬ ਹੁੰਦਾ ਕੰਟਰਾਸਟ, ਉਹ ਚੀਜ਼ ਨੂੰ ਗਲਤ ਕਰਨਾ, ਉਹਦੇ ਤੋਂ ਉਲਟ ਹੋਣਾ। therefore ਰਿਜ਼ਲਟ ਦੇ ਲਈ ਹੁੰਦਾ ਹੈ। ਮੋਰ ਓਵਰ ਐਕਸਟਰਾ ਪੁਆਇੰਟਸ ਦੇਣ ਲਈ ਹੁੰਦੇ, ਕਾਫੀ ਸਾਰੇ ਕਨੈਕਟਰਸ ਹੁੰਦੇ ਆ ਜੋ ਐਕਸਟਰਾ ਪੁਆਇੰਟਸ ਦਿੰਦੇ ਹੈਗੇ ਆ। ਇੱਕ ਤੇ ਮੋਰ ਓਵਰ ਹੁੰਦਾ ਹੈ, ਇੱਕ ਇਨ ਐਡੀਸ਼ਨ ਹੁੰਦਾ ਹੈ, ਫਰਦਰ ਮੋਰ ਹੁੰਦਾ ਹੈ, ਠੀਕ ਹੈ। ਆਲਸੋ ਇਹ ਵੀ ਚੀਜ਼ਾਂ ਐਕਸਟਰਾ ਪੁਆਇੰਟ ਐਡ ਕਰਦੀਆਂ ਹੈਗੀਆਂ ਏ, ਐਡੀਸ਼ਨਲੀ, ਠੀਕ ਹੈ। ਉਸ ਤੋਂ ਬਾਅਦ ਅਪਾਰਟ ਫਰੋਮ ਦਿਸ, ਠੀਕ ਹੈ। ਇਹ ਚੀਜ਼ਾਂ ਦੀ ਅਪਾਰਟ ਫਰੋਮ ਦਿਸ ਇਹ ਐਕਸਟਰਾ ਪੁਆਇੰਟ ਦੇ ਲਈ ਯੂਜ਼ ਕਰਦੇ ਹੈਗੇ ਆ, ਐਜ਼ ਵੈਲ ਐਜ਼ ਵੀ। ਤੇ ਰਿਜ਼ਲਟ ਲਈ ਹੋਰ ਕਿਹੜੇ ਕਿਹੜੇ ਹੁੰਦੇ ਆ ਧਿਆਨ ਦੇ ਨਾਲ ਦੇਖੋ, ਇੱਕ ਹੁੰਦਾ ਦਜ਼, ਇੱਕ ਕੌਨਸੀਕੁਐਂਟਲੀ, ਇਹ ਵੀ ਰਿਜ਼ਲਟ ਲਈ ਹੁੰਦਾ ਹੈ, ਇੱਕ ਦੇਅਰਫੋਰ, ਇੱਕ ਹੋ ਗਿਆ ਤੁਹਾਡਾ ਹੈਂਸ, ਇੱਕ ਐਜ਼ ਏ ਰਿਜ਼ਲਟ ਹੋ ਗਿਆ। ਇਹ ਤੁਹਾਡੇ ਰਿਜ਼ਲਟ ਲਈ ਹੁੰਦੇ ਆ, ਐਜ਼ ਏ ਰਿਜ਼ਲਟ, ਠੀਕ ਹੈ। ਇਹ ਤੁਹਾਡੇ ਰਿਜ਼ਲਟ ਲਈ ਹੁੰਦੇ ਆ, ਇਹ ਚੀਜ਼ਾਂ ਧਿਆਨ ਰੱਖਣਾ, ਠੀਕ ਹੈ। ਇਹਨੂੰ ਕਾਪੀ ਤੇ ਨੋਟ ਡਾਊਨ ਕਰ ਲਿਓ ਆਪਣੀ ਤੇ। ਨੈਕਸਟ ਦੇਖੋ, ਇੱਕ ਪੈਰਲ ਸਟਰਕਚਰ। ਪੈਰਲ ਸਟਰਕਚਰ ਕੀ ਹੁੰਦੇ, ਅਗਰ ਕਿਸੇ ਚੀਜ਼ ਨੂੰ ਡਿਫਾਈਨ ਕਰ ਰਿਹਾ, ਜਿਵੇਂ ਰੀਡਿੰਗ ਲਿਖਿਆ ਹੈ, ਰਾਈਟਿੰਗ ਲਿਖਿਆ ਹੈ, ਸਪੀਕਿੰਗ ਲਿਖਿਆ ਹੈ, ਰੀਡਿੰਗ ਦੇ ਨਾਲ ਆਈਐਨਜੀ ਪਾਇਆ, ਰਾਈਟਿੰਗ ਦੇ ਨਾਲ ਵੀ ਆਈਐਨਜੀ ਆਏਗਾ ਤੇ ਸਪੀਕਿੰਗ ਦੇ ਨਾਲ ਵੀ ਆਈਐਨਜੀ ਆਏਗਾ। ਜਿਵੇਂ ਰੀਡਿੰਗ ਦੇ ਨਾਲ ਆਈਐਨਜੀ ਪਾਇਆ ਹੈ ਤੇ ਤੁਸੀਂ ਰਾਈਟਿੰਗ ਦੇ ਨਾਲ, ਇੱਥੇ ਤੁਹਾਡੀ ਬਲੈਂਕਸ ਸੀ ਤੇ ਤੁਸੀਂ ਉਹ ਵਰਡ ਲਿਖ ਲਿਆ ਜਿਹਦੇ ਨਾਲ ਆਈਐਨਜੀ ਨਹੀਂ ਆ ਤੇ ਗਲਤ ਹੋ ਜਾਏਗਾ। ਜਿਵੇਂ ਇਹ ਚੀਜ਼ ਦਾ ਧਿਆਨ ਰੱਖਣਾ ਹੈ, ਇੱਕ ਮੈਂ ਤੁਹਾਨੂੰ ਬਹੁਤ ਕਲੀਅਰਲੀ ਦੱਸ ਦਿੰਨੀ ਆ, ਇਹ ਤੁਹਾਡੀ ਜੋ ਬਲੈਂਕਸਿਸ ਹੈਗੀਆਂ ਵਾ ਲਿਸਨਿੰਗ ਦੇ, ਉਹਦੇ ਚ ਵੀ ਹੈਲਪ ਕਰੇਗੀ। ਅਗਰ ਤੁਹਾਡੀ ਪਹਿਲਾਂ ਬਲੈਂਕਸ ਹੈਗੀ ਆ, ਠੀਕ ਆ ਦੇਖੋ ਡੈਸ਼ ਪਈ ਹੋਈ ਆ ਬਲੈਂਕਸ ਲਈ, ਉਸ ਤੋਂ ਬਾਅਦ ਐਂਡ ਪਿਆ ਹੈ, ਐਂਡ ਤੋਂ ਬਾਅਦ ਉਹਨਾਂ ਨੇ ਕੁਝ ਲਿਖਿਆ ਜਿਵੇਂ ਸਰਵਿਸਿਜ਼ ਲਿਖਿਆ ਹੋਇਆ ਹੈ, ਠੀਕ ਹੈ, ਸਰਵਿਸਿਜ਼ ਲਿਖਿਆ ਹੈ ਤੇ ਐਂਡ ਤੋਂ ਪਹਿਲਾਂ ਤੁਹਾਡੀ ਬਲੈਂਕਸ ਆ, ਜੋ ਇੱਥੇ ਆਨਸਰ ਹੋਏਗਾ ਤੁਹਾਡਾ ਉਹਦੇ ਨਾਲ ਵੀ ਐਸ ਆਏਗਾ ਕਿਉਂਕਿ ਸਰਵਿਸਿਜ਼ ਦੇ ਨਾਲ ਐਸ ਲੱਗਾ ਹੈ। ਅਗਰ ਸਰਵਿਸਿਜ਼ ਦੇ ਨਾਲ ਐਸ ਨਹੀਂ ਹੈਗਾ ਤੇ ਜੋ ਤੁਹਾਡਾ ਐਂਡ ਤੋਂ ਪਹਿਲਾਂ ਆਨਸਰ ਹੋਏਗਾ ਉਹਦੇ ਨਾਲ ਵੀ ਐਸ ਨਹੀਂ ਹੋਏਗਾ। ਇਹ ਐਂਡ ਤੋਂ ਬਾਅਦ ਵੀ ਹੋ ਸਕਦਾ ਹੈ, ਐਂਡ ਤੋਂ ਪਹਿਲਾਂ ਵੀ ਹੋ ਸਕਦਾ। ਸਿਰਫ ਪੈਰਲ ਸਟਰਕਚਰ ਦਾ ਵੀ ਧਿਆਨ ਦੇਣਾ ਹੈ ਸੀਕੁਐਂਸ ਵਾਈਜ਼। ਅਗਰ ਰੀਡਿੰਗ ਆ, ਇੱਥੇ ਬਲੈਂਕਸ ਆ ਗਈ ਆ ਤੇ ਐਂਡ ਪਾ ਕੇ ਸਪੀਕਿੰਗ ਲਿਖਿਆ ਹੈ ਤੇ ਇੱਥੇ ਵੀ ਤੁਸੀਂ ਆਈਐਨਜੀ ਵਾਲਾ ਵਰਡ ਹੀ ਪਿਕ ਕਰੋਗੇ। ਅਗਰ ਤੁਸੀਂ ਫਰਸਟ ਫਾਰਮ ਪਿਕ ਕਰ ਲੈਂਦੇ ਹੋ ਤੇ ਗ੍ਰਾਮੈਟਿਕਲੀ ਗਲਤ ਹੋ ਜਾਂਦੀ ਹੈ, ਠੀਕ ਹੈ। ਇਸ ਤੋਂ ਬਾਅਦ ਕੁਝ ਕਾਮਨ ਕੋਲੋਕੇਸ਼ਨਸ ਆ ਜਿਨ੍ਹਾਂ ਨੂੰ ਰੀਡ ਕਰਨਾ ਮਸਟ ਆ, ਇੰਪੋਰਟੈਂਟ ਆ ਰੀਡਿੰਗ ਦੇ ਲਈ, ਕਿਉਂਕਿ ਇਹਦੇ ਨਾਲ ਤੁਹਾਡੀ ਰੀਡਿੰਗ ਸਕਿੱਲ ਕਾਫੀ ਨਹਾਂਸ ਹੋ ਜਾਏਗੀ। ਅਗਰ ਤੁਹਾਨੂੰ ਇਹ ਫਾਈਲ ਚਾਹੀਦੀ ਹੈ ਤੇ ਤੁਸੀਂ ਜਸਟ ਮੈਨੂੰ ਇੰਸਟਾਗ੍ਰam ਤੇ ਡੀਐਮ ਕਰ ਦੇਣਾ ਹੈ, ਮੈਂ ਫ੍ਰੀ ਆਫ ਕੋਸਟ ਤੁਹਾਨੂੰ ਇਹ ਫਾਈਲ ਸੈਂਡ ਕਰ ਦਾਂਗੀ, ਬਸ ਤੁਸੀਂ ਜਸਟ ਰੀਡ ਕਰ ਲਿਓ, ਠੀਕ ਹੈ। ਇਸ ਤੋਂ ਬਾਅਦ ਹੁਣ ਆਪਾਂ ਬਲੈਂਕਸਿਸ ਕਰਦੇ ਹੈਗੇ ਆ ਡ੍ਰੌਪ ਐਂਡ ਡਾਊਨ, ਠੀਕ ਹੈ ਜੀ। ਦੇਖੋ ਬੱਚੇ, ਜਿਵੇਂ ਆਪਾਂ ਫਰਸਟ ਬਲੈਂਕਸ ਰੀਡ ਕਰਦੇ ਆ, ਕਹਿੰਦੇ ਲਰਨਿੰਗ ਟੂ ਰਾਈਡ ਅ ਬਾਈਸਾਈਕਲ, ਬਾਈਸਾਈਕਲ ਨੂੰ ਰਾਈਡ ਕਰਨਾ ਐਜ਼ ਐਨ ਅਡਲਟ ਦੇ ਲਈ ਕੈਨ ਬੀ ਚੈਲੰਜਿੰਗ। ਅਡਲਟ ਦੇ ਲਈ ਬਾਈਸਾਈਕਲ ਨੂੰ ਰਾਈਡ ਕਰਨਾ ਚੈਲੰਜਿੰਗ ਹੋ ਸਕਦਾ, ਸਪੈਸ਼ਲੀ ਫॉर ਅ ਬਿਗਨਰ, ਸਪੈਸ਼ਲੀ ਉਦੋਂ ਜਦੋਂ ਕਿ ਉਹ ਬਿਗਨਰ ਆ। ਅ ਟ੍ਰੇਨ ਡੈਸ਼ ਕੈਨ ਗਾਈਡ ਲਰਨਰ, ਇੱਕ ਟ੍ਰੇਨ ਆ ਵਾਲਾ ਬੰਦਾ ਲਰਨਰਸ ਹੁੰਦਾ, ਸਟੂਡੈਂਟਸ ਨੂੰ ਗਾਈਡ ਕਰ ਸਕਦਾ ਹੈ ਥਰੂ ਬੇਸਿਕ ਟੈਕਨੀਕ, ਬੇਸਿਕ ਟੈਕਨੀਕਸ ਦੇ ਥਰੂ ਉਹਨੂੰ ਗਾਈਡ ਕਰ ਸਕਦਾ ਹੈ ਤੇ ਹੈਲਪ ਕਰ ਸਕਦਾ ਹੈ ਉਹਦੀ, ਠੀਕ ਹੈ। ਹੁਣ ਦੇਖੋ ਆ ਕੀ ਆ ਗਿਆ ਤੁਹਾਡਾ ਐਡਜੈਕਟਿਵ ਟ੍ਰੇਨ, ਹੁਣ ਇੱਥੇ ਨਾਉਨ ਆਏਗਾ, ਕਿਸੇ ਦਾ ਨਾਮ ਆਏਗਾ। ਜਿਵੇਂ ਇੱਥੇ ਲਿਖਿਆ EMPLOYEES, ਇੰਸਟ੍ਰਕਟਰਸ, ਪੈਸੇਂਜਰਸ, ਕੰਜ਼ਿਊਮਰਸ, ਇਹ ਸਾਰੇ ਨਾਉਨ ਆ। ਹੁਣ ਇੱਕ ਟ੍ਰੇਨ ਕਿਹੜਾ ਗਾਈਡ ਕਰ ਸਕਦਾ ਹੈ? ਹੁਣ ਬਾਈਸਾਈਕਲ ਚਲਾਉਣਾ ਕੌਣ ਸਿਖਾ ਸਕਦਾ? EMPLOYEE, ਇੰਸਟ੍ਰਕਟਰ ਹੁੰਦਾ ਟੀਚਰ, ਪੈਸੇਂਜਰ ਕਿ ਕਸਟਮਰ? ਕਸਟਮਰ ਕੀ ਸਿਖਾਏਗਾ?
पैसेंजर जो खुद यात्रा कर रहा है वो थोड़ी ना टीच करेगा, ना इंप्लॉय करेगा, सो आएगा इंस्ट्रक्टर मतलब टीचर। एक टीचर उन्होंने गाइड करेगा थ्रू बेसिक टेक्निक्स ते हेल्प कर सकता है उन्हों दी फील मोर डैश ऑन दी रोड, ते रोड ते किवें दा फील करनगे। ठीक है जी। एक्सपेंसिव, केयरलैस, कंफर्टेबल के साइलेंट। सो इत्थे की आ कंफर्टेबल। ठीक है जी। समझ लग रही है? साइलेंट का कोई मीनिंग ही नहीं बनता, एक्सपेंसिव कोई सेंस नहीं बन रही है ना। केयरलैस थोड़ी ना फील करने अगर उन्हें गाइड किया जाएगा तो ऑब्वियसली वो की करने कंफर्टेबल फील करने। नेक्स्ट देखो, जो पर्पज है इज नॉट टू बिकम अ प्रोफेशनल राइडर। कहते पर्पज ये नहीं है कि तुम प्रोफेशनल राइडर बन जाओगे इमीडिएटली, कहते बट टू बिल्ड बैलेंस, ये बैलेंस बनेगा एंड डैश। हुण बैलेंस तो पहला एस नहीं है, थोड़े वर्ड्स ना भी एस नहीं होएगा। एक तो बैलेंस बनेगा, दूसरा वैदर बनेगा, इक्विपमेंट बनेगा, डिस्टेंस के कॉन्फिडेंस बनेगा जी। ठीक है। इवन एंड डैश कैन इंप्रूव विद रेगुलर प्रैक्टिस। इवन आ वाला बंदा भी रेगुलर प्रैक्टिस ना इंप्रूव कर सकता है। कौन? जेड़ा ऑडियंस। ਹੁਣ देखो ਐਨ ਲੱਗਾ ਏ, ਇਹ ਤੋਂ ਬਾਅਦ ਤੇ ਸਿੰਗੂਲਰ ਵਰਡ ਆਏਗਾ ਨਾ, ਇੱਕ ਸਿੰਗੂਲਰ ਆਡੀਅנס ਤੇ ਜ਼ਿਆਦਾ ਹੋ ਗਿਆ ਮੈਨੇਜਰ। ਹੁਣੇ ਆਪਾਂ ਦੇਖਿਆ ਸੀ ਕਿ ਜਦੋਂ ਐਨ ਆਉਂਦਾ ਏ ਤੇ ਉਦੋਂ ਵੋਵਲਸ ਆਉਂਦੇ, ਤੇ ਵੋਵਲ ਇਹਦੇ ਵਿੱਚ ਕਿਹੜੇ ਆ? ਇੱਕ ਆਡੀਅנס ਆ, ਇੱਕ ਐਕਸਪਰਟ ਆ ਤੇ ਇੱਕ ਐਮਚਰ ਆ। ਸੋ ਆਡੀਅנס ਜ਼ਿਆਦਾ ਜਾਣੇ ਇਸ ਕਰਕੇ ਇਹ ਨਹੀਂ ਆਏਗਾ, ਮੈਨੇਜਰ ਵੀ ਨਹੀਂ ਆਏਗਾ ਕਿਉਂਕਿ ਇਹ ਕੌਨਸੋਨੈਂਟ ਆ। ਠੀਕ ਹੈ। ਹੁਣ ਦੋਵਾਂ ਦੇ ਵਿੱਚ ਆ ਗਿਆ। देखो जो ऑलरेडी एक्सपर्ट आ उन्हें रेगुलर प्रैक्टिस थोड़ी ना करनी है, उन्हें रेगुलर प्रैक्टिस नाल अपने आप को इंप्रूव तो नहीं करना क्योंकि ऑलरेडी इंप्रूवड किया उन्हें अपने आप को, ऑलरेडी एक एक्सपर्ट हैगा है। इस करके आंसर आएगा एमचर। एमचर की होंगे जो हरे सीखण दा शौकीन आ, जो सीख रहा है। ठीक है जी। कहते लेटर सम लर्नर्स मतलब स्टूडेंट्स में ज्वाइन कर सकते आउटडोर इवेंट्स नू और फ्रेंडली डैश नू। ठीक है जी। फ्रेंड लू किनू हो? देखो इवेंट्स ने एस पे और लगा है, तो फ्रेंड तो बाद जो ਤੁਹਾਡਾ वर्ड्स आएगा तो ਉਹਦੇ ਨਾਲ ਵੀ ਐਸ ਲੱਗੇਗਾ। फ्रेंडली बिल्डिंग ਨੂੰ ਇੰਜੋਏ ਕਰ ਸਕਦੇ ਆ, ਸੈਲਰੀ ਨੂੰ, ਇੰਸਟਰਕਸ਼ਨ ਨੂੰ, ਕੰਪੀਟੀਸ਼ਨਸ ਨੂੰ ਇੰਜੋਏ ਕਰ ਸਕਦੇ ਆ। ਕਲੀਅਰ ਹੈ ਜੀ। ਹੁਣ ਇਸ ਤੋਂ ਬਾਅਦ ਮੈਂ ਰੈਗੂਲਰ ਰੀਡਿੰਗਸ ਦੀਆਂ ਜਿਹੜੀਆਂ ਵੀਡੀਓਜ਼ ਪਾਵਾਂਗੀ ਤਾਂ ਜੋ ਮੈਂ ਤੁਹਾਨੂੰ ਸਿਖਾਇਆ ਹੋਇਆ ਹੈ ਉਹਦੇ ਨਾਲ ਜੋ ਤੁਸੀਂ ਰੀਡਿੰਗਸ ਕਰੋਗੇ ਤੁਹਾਡੀ ਮੈਂਟਲ ਐਬਿਲਿਟੀ ਜਿਹੜੀ ਹੈ ਸਟਰੋਂਗ ਹੋਏਗੀ। ਠੀਕ ਹੈ। ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਜਿਹਦੇ ਨਾਲ ਜਿੰਨੀਆਂ ਵੀ ਮੈਂ ਰੀਡਿੰਗਸ ਦੀਆਂ ਵੀਡੀਓਜ਼ ਅਪਲੋਡ ਕਰਾਂਗੀ ਤੁਸੀਂ ਰੈਗੂਲਰ ਉਹਨਾਂ ਨੂੰ ਵਾਚ ਕਰਦੇ ਰਹੋ। ਠੀਕ ਹੈ ਜੀ। ਨੈਕਸਟ ਆਪਾਂ ਰੀਡਿੰਗ ਕਰਦੇ ਹੈਗੇ ਆ ਜੀ। ਕਹਿੰਦੇ ਆ ਲੈਂਡਿੰਗ ਅ ਪੋਜੀਸ਼ਨ ਵਿਦ ਦੀ ਅਕਲੇਮਡ ਚੈਰਿਟੀ ਗਰੁੱਪ। ਕਹਿੰਦੇ ਜਦੋਂ ਤੁਸੀਂ ਕੰਮ ਕਰ ਰਹੇ ਹੋ ਕਿਸੇ ਚੈਰਿਟੀ ਗਰੁੱਪ ਦੇ ਨਾਲ ਆਫਨ ਰਿਫਰ ਟੂ ਐਜ਼ ਦੀ ਡੈਸ਼ ਪ੍ਰੋਵਾਈਡਰ, ਤੇ ਤੁਸੀਂ मतलब वो काम ਨੂੰ ਕਿੱਦਾਂ ਦਾ ਫੀਲ ਕਰਦੇ ਹੋ ਕਿ ਤੁਸੀਂ ਕੀ ਪ੍ਰੋਵਾਈਡ ਕਰ ਰਹੇ ਹੋ, ਕਿੱਦਾਂ ਦਾ ਪ੍ਰੋਵਾਈਡਰ ਫੀਲ ਕਰਦੇ ਹੋ। ਲੋਫੁਲ, ਲੋ ਤੇ ਕੋਈ ਆਏਗਾ ਨਹੀਂ ਅਗਰ ਜਿਹੜਾ ਚੈਰਿਟੀ ਦਾ ਕੰਮ ਆ ਕਾਨੂੰਨ ਦੇ ਨਾਲ ਤੇ ਕੋਈ ਲਿੰਕ ਨਹੀਂ ਕਰਦਾ। ਠੀਕ ਹੈ। ਨੈਕਸਟ ਦੇਖੋ ਮਰਸੀ। ਮਰਸੀ ਹੁੰਦਾ ਦਇਆ। ਆਪਸ਼ਨਲ ਐਂਜਲ ਆਏਗਾ। ਠੀਕ ਹੈ। ਐਂਜਲ ਦਾ ਮਤਲਬ ਹੁੰਦਾ ਵਾ ਕਿ ਤੁਸੀਂ ਇੱਕ ਇਦਾਂ ਦਾ ਫੀਲ ਕਰੋਗੇ ਕਿ ਗੋਡ ਵਾਂਗੂ ਫੀਲ ਕਰੋਗੇ ਜਦੋਂ ਤੁਸੀਂ ਕਿਸੇ ਚੀਜ਼ ਦੀ। ਹੁਣ ਦੇਖੋ ਆਪਾਂ ਨਾਰਮਲੀ ਜਦੋਂ ਕਿਸੇ ਚੀਜ਼ ਕਿਸੇ ਬੰਦੇ ਦੀ ਹੈਲਪ ਕਰਦੇ ਆ ਤਾਂ ਉਹ ਆਪਾਂ ਨੂੰ ਦੁਆਵਾਂ ਦਿੰਦਾ ਹੈ ਨਾ, ਤੇ ਉਹਦੇ ਲਈ ਆਪਾਂ ਕੀ ਹੁੰਨੇ ਆ? ਉਹ ਕਹਿੰਦੇ ਕਿ ਤੁਸੀਂ ਮੇਰੇ ਲਈ ਰੱਬ ਬਣ ਕੇ ਆਏ ਹੋ। ਤੇ ਉਹ ਇੱਕ ਕੀ ਰਿਫਰ ਕੀਤੇ ਜਾਂਦੇ ਆ? ਐਂਜਲ ਪ੍ਰੋਵਾਈਡਰ। ਇੱਕ ਦੇਵਤੇ ਮੰਨੇ ਜਾਂਦੇ ਆ, ਇੱਕ ਰੱਬ ਦਾ ਰੂਪ ਮੰਨੇ ਜਾਂਦੇ ਆ ਜੋ ਚੈਰਿਟੀ ਦਾ ਕੰਮ ਕਰਦੇ ਆ, ਸਮਾਜ ਸੇਵਾ ਦਾ ਕੰਮ ਕਰਦੇ ਹੈਗੇ ਆ। ਠੀਕ ਹੈ। ਕਹਿੰਦੇ ਵਾਸ ਅ ਡ੍ਰੀਮ ਕਮ ਟਰੂ ਫॉर ਸ਼ਾਰਾ ਦੇ ਲਈ ਜਿਹੜਾ ਡ੍ਰੀਮ ਸੀ ਉਹਦਾ ਪੂਰਾ ਹੋਇਆ। although the organization could only offer a dash, ठीक है, stipend ਹੁੰਦਾ ਵਜੀਫਾ। ਕਹਿੰਦੇ ਜੋ ਆਰਗੇਨਾਈਜੇਸ਼ਨ ਸੀ only offer a ਲੱਗਾ ਹੈ ਤੇ ਆਨਸਰ ਆਏਗਾ ਤੁਹਾਡਾ ਕੌਨਸੋਨੈਂਟ ਤੇ ਸਿੰਗੂਲਰ ਹੋਊਗਾ। only मतलब ਸਿਰਫ। ਸਟੀਫਨ ਹੁੰਦਾ ਹੈ ਕਿ ਜੋ ਰੈਗੂਲਰ ਪੈਸੇ ਦਿੱਤੇ ਜਾਂਦੇ ਜਿਵੇਂ ਵਜੀਫਾ ਵਗੈਰਾ ਲਾ ਲਓ, ਤੇ ਜੋ ਆਰਗੇਨਾਈਜੇਸ਼ਨ ਆ only ਕੀ ਆਫਰ ਕਰਦੀਆਂ ਸੀ। ਠੀਕ ਹੈ। ਆਨਸਰ ਦੇਖਦੇ ਆਪਾਂ। only ਲਾਇਆ ਹੈ ਉਹਨਾਂ ਨੇ ਇਸ ਕਰਕੇ ਲਾਰਜ ਤੇ ਆਏਗਾ ਨਹੀਂ ਆਨਸਰ। ਠੀਕ ਨੋ। ਸਟੱਡੀ ਤੇ ਹੌਲੀ ਹੁੰਦਾ ਆਏਗਾ ਮੀਗਰ। ਮੀਗਰ ਹੁੰਦਾ ਮਾਮੂਲੀ। ਜੋ ਆਰਗੇਨਾਈਜੇਸ਼ਨ ਸੀ ਉਹ ਮਾਮੂਲੀ ਸਟੀਪੈਂਡ ਦਿੰਦੀਆਂ ਸੀ। ਠੀਕ ਹੈ। ਤੇ ਸ਼ੀ ਈਗਰਲੀ ਹੁੰਦਾ ਬਹੁਤ ਉਕਸੁਕਤਾ ਨਾਲ ਡੈਸ਼ ਦੀ ਟਰਮ, ਤੇ ਉਹਨੇ ਉਸ ਟਰਮ ਨੂੰ ਕੀ ਕੀਤਾ? ਦੇਖੋ ਇਹਦੀ ਆਪਸ਼ਨਸ ਦੇਖਦੇ ਆ। ਅਕਲੇਮਡ ਕੀਤਾ, ਡਿਸਕਲੋਜ਼ ਤੇ ਨਹੀਂ ਕਰ ਸਕਦੀ ਕਿਉਂਕਿ ਉਹਦੀ ਇੱਛਾ ਸੀ ਕੰਮ ਕਰਨ ਦੀ। ਡਿਸਪਾਈਜ਼ਡ ਨਹੀਂ, ਐਕਸੈਪਟਡ ਕੀਤਾ। ਭਾਵੇਂ ਕਿ ਆਰਗੇਨਾਈਜੇਸ਼ਨ ਥੋੜਾ ਜਿਹਾ ਓਨਲੀ ਆਫਰ ਕਰਦੀ ਸੀ ਮੀਗਰ ਸਟੀਪੈਂਡ, ਉਹਨੇ ਬੜੀ ਉਕਸੁਕਤਾ ਨਾਲ ਕੀ ਕੀਤਾ ਕਿ ਉਹਨੂੰ ਐਕਸੈਪਟ ਕਰ ਲਿਆ। ਠੀਕ ਹੈ। ਦੇਖੋ ਹੁਣ ਆਲਦੋ ਵਾਲਾ ਸੈਂਟੈਂਸ ਆ ਗਿਆ ਨਾ, ਆਲਦੋ ਤੋਂ ਬਾਅਦ ਕੌਮਾ ਪੈਂਦਾ, ਇਹਦਾ ਮਤਲਬ ਹੁੰਦਾ ਬਟ, ਤੇ ਪਹਿਲੀ ਲਾਈਨ ਉਹ ਤੋਂ ਕੰਟਰਾਡਿਕਟ ਕੀ, ਭਾਵੇਂ ਕਿ ਉਹ ਮਾਮੂਲੀ ਜਿਹੇ ਪੈਸੇ ਦਿੰਦੇ ਸੀ ਬਟ ਫਿਰ ਵੀ ਉਹਨੇ ਉਹ ਚੀਜ਼ ਨੂੰ ਐਕਸੈਪਟ ਕਰ ਲਿਆ। ਠੀਕ ਹੈ। ਸ਼ੀ ਬਲੀਵ ਕਰਦੀ ਸੀ ਜੋ ਵਰਕਿੰਗ ਅਲੋਂਗ ਸਾਈਡ ਸੱਚ
ਸੈਲਫਲੈਸ ਇੰਡੀਵਿਜੂਅਲਸ ਵਾਸ ਫਾਰ ਮੋਰ ਡੈਸ਼, ਕਿਉਂਕਿ ਬਲੀਵ ਕਰਦੇ ਸੀ ਜਦੋਂ ਆਪਾਂ ਸੈਲਫਲੈਸ ਇੰਡੀਵਿਜੂਅਲਸ ਦੇ ਨਾਲ ਕੰਮ ਕਰਦੇ। ਦੇਖੋ ਬੱਚੇ, ਜਦੋਂ ਆਪਾਂ ਕੰਮ ਕਰਦੇ ਆ ਸੈਲਫਲੈਸ ਇੰਡੀਵਿਜੂਅਲਸ ਮਤਲਬ ਜਿਹੜੇ ਬਿਨਾਂ ਸਵਾਰਥ ਤੋਂ ਲੋਕਾਂ ਦੀ ਮਦਦ ਕਰਦੇ ਆ, ਤੇ ਜਦੋਂ ਤੁਸੀਂ ਇਹੋ ਜਿਹੇ ਲੋਕਾਂ ਨਾਲ ਕੰਮ ਕਰਦੇ ਹੋ ਤੇ ਕਹਿੰਦੇ ਕਿ ਇਹਨਾਂ ਦਾ ਲੋਕਾਂ ਦੇ ਨਾਲ ਕੰਮ ਕਰਨਾ ਫਾਰ ਮੋਰ ਕੀ ਹੈ ਦੈਨ ਚੇਜ਼ਿੰਗ ਅ ਹਾਈ ਕਾਰਪੋਰੇਟ ਸੈਲਰੀ। ਚੇਜ਼ਿੰਗ ਹੁੰਦਾ ਪਿੱਛਾ ਕਰਨਾ, ਕਹਿੰਦੀ ਹਾਈ ਕਾਰਪੋਰੇਟ ਸੈਲਰੀ ਦਾ ਪਿੱਛਾ ਕਰਨ ਤੋਂ ਕਰਨ ਦੇ ਬਜਾਏ ਆ ਚੀਜ਼ ਮੋਰ ਕੀ ਸੀ। ਹੁਣ ਆਪਸ਼ਨਸ ਦੇਖਦੇ ਆ ਆਪਾਂ। ਇੰਟਰਸਟਿੰਗ, ਡਿਸਗਸਟਿੰਗ ਤਾਂ ਨਹੀਂ ਹੋ ਸਕਦਾ ਕਿਉਂਕਿ ਉਹਨੂੰ ਚੰਗਾ ਲੱਗਦਾ ਸੀ। ਰਿਪੈਲਿੰਗ, ਰਿਵਾਰਡਿੰਗ, ਬਹੁਤ ਵਧੀਆ ਰਿਵਾਰਡਿੰਗ, ਕਿਉਂਕਿ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਦੁਆਵਾਂ ਲੱਗਦੀਆਂ ਹੈ ਤੇ ਉਹ ਸ਼ਾਇਦ ਤੁਹਾਨੂੰ ਲੱਖਾਂ ਰੁਪਇਆ ਕਮਾ ਕੇ ਨਹੀਂ ਇੰਨੀ ਸੈਟੀਸਫੈਕਸ਼ਨ ਮਿਲਦੀ ਜਦੋਂ ਕਿਸੇ ਦੀਆਂ ਦੁਆਵਾਂ ਤੋਂ ਮਿਲਦੀ ਆ, ਹਨਾ। ਹੁਣ ਆਪਾਂ ਇੱਥੇ ਵੀਡੀਓ ਨੂੰ ਸਟਾਪ ਕਰਦੇ ਹਾਂ ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਣੀ ਆ। ਕੱਲ ਆਪਾਂ ਇੱਕ ਵੀਡੀਓ ਅਪਲੋਡ ਕਰਾਂਗੇ ਜਿਹਦੇ ਵਿੱਚ ਆਪਾਂ ਕਾਫੀ ਸਾਰੀ ਰੀਡਿੰਗਸ ਨੂੰ ਡਿਸਕਸ ਕਰਾਂਗੇ ਤੁਹਾਡੇ ਨਾਲ, ਜਿਹਦੇ ਨਾਲ ਤੁਹਾਡੀ ਰੀਡਿੰਗ ਦੇ ਕਾਫੀ ਸਾਰੇ ਡਾਊਟਸ ਕਲੀਅਰ ਹੋਣਗੇ ਤੇ ਤੁਹਾਡੀ ਜੋ ਰੀਡਿੰਗ ਸਕਿੱਲਸ ਹੈਗੀਆਂ ਉਹ ਇੰਪਰੂਵ ਹੋਣਗੀਆਂ। ਤੇ ਮੈਂ ਆਸ ਕਰਦੀ ਹਾਂ ਕਿ ਮੇਰੀ ਜੋ ਇਹ ਵੀਡੀਓ ਤੁਹਾਡੇ ਡਿਜ਼ਾਇਰ ਸਕੋਰ ਗੈਟ ਕਰਨ ਦੇ ਵਿੱਚ ਹੈਲਪ ਕਰੇਗੀ। ਬਟ ਹਾਂ, ਤੁਹਾਡਾ ਸਾਥ ਹੋਣਾ ਵੀ ਬਹੁਤ ਜ਼ਰੂਰੀ ਹੈ। ਤੁਹਾਡੀ ਰੈਗੂਲਰ ਪ੍ਰੈਕਟਿਸ ਕਰਨਾ, ਰੈਗੂਲਰ ਆਪਣੇ ਕੰਮ ਤੇ ਫੋਕਸਡ ਰਹਿਣਾ, ਰੈਗੂਲਰ ਹਾਰਡ ਵਰਕ ਕਰਨਾ ਵੀ ਬਹੁਤ ਇੰਪੋਰਟੈਂਟ ਆ। ਫਿਰ ਵੀ ਕਿਸੇ ਚੀਜ਼ ਦੇ ਵਿੱਚ ਕਨਫਿਊਜ਼ਨ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ